ਸੋ ਅੱਜ ਮੈਂ ਜਿਸ ਟੌਪਿਕ ਤੇ ਲੈਕਚਰ ਸਟਾਰਟ ਕਰ ਰਿਹਾ ਦਿਸ ਇਜ਼ ਯੂਅਰ ਪਲੋਟਰ। ਸਾਡਾ 5th ਚੈਪਟਰ ਦੇ ਦੋ ਟੌਪਿਕਸ ਰਹਿ ਗਏ ਸੀ। ਵਨ ਵਾਸ ਯੂਅਰ ਪਲੋਟਰ ਐਂਡ ਅਨਦਰ ਇਜ਼ ਯੂਅਰ ਮੋਡਮ। ਮੈਂ ਫਸਟ ਅੱਜ ਪਲੋਟਰ ਐਂਡ ਮੋਡਮ ਦੀ ਗੱਲ ਕਰਾਂਗਾ। ਦੇਰ ਆਫਟਰ ਮੈਂ ਕੀ ਨਾਮ ਹੈ ਜਿਹੜਾ ਤੁਹਾਡਾ ਨੈਕਸਟ ਯੂਨਿਟ ਹੈ ਪਾਵਰ ਸਪਲਾਈਜ਼ ਦਾ SMP ਸਵਿਚ ਮੋਡ ਪਾਵਰ ਸਪਲਾਈਜ਼। ਅਗਰ ਸਾਡੇ ਕੋਲ ਇਸ ਲੈਕਚਰ 'ਚ ਟਾਈਮ ਹੋਊਗਾ ਤਾਂ ਮੈਂ ਉਸ ਟੌਪਿਕ ਨੂੰ ਵੀ ਅੱਜ ਸਟਾਰਟ ਕਰੂੰਗਾ। ਸੋ ਪਲੋਟਰ, अगर ਅਸੀਂ ਪਲੋਟਰ ਦੀ ਗੱਲ ਕਰੀਏ ਨਾ, ਪਲੋਟਰ is somewhat related with the printer ਹੀ ਹੈ ਇੱਕ ਟਾਈਪ। ਪਲੋਟਰ is somewhat related with the printer ਐਂਡ ਅਗਰ ਤੁਸੀਂ ਇਹਦੇ ਸਿਲੇਬਸ ਨੂੰ ਦੇਖੋਗੇ ਪਲੋਟਰ ਦੀ ਨਾ ਬ੍ਰੈਕਟਸ ਲਿਖਿਆ ਹੋਇਆ ਹੈ ਪੀਜ਼ੋ ਇਲੈਕਟ੍ਰਿਕ ਐਂਡ ਥਰਮਲ। ਸਿਲੇਬਸ ਦਾ ਕੰਟੈਂਟ ਦੇਖੋਗੇ ਤਾਂ ਉਥੇ ਪੀਜ਼ੋ ਇਲੈਕਟ੍ਰਿਕ ਐਂਡ ਥਰਮਲ ਲਿਖਿਆ ਹੋਇਆ ਹੈ। ਉਹ ਪੀਜ਼ੋ ਇਲੈਕਟ੍ਰਿਕ ਐਂਡ ਥਰਮਲ ਉਹੀ ਕਨਸੈਪਟ ਹੈ ਜਿਹੜਾ ਅਸੀਂ ਇੰਕਜੈਟ ਪ੍ਰਿੰਟਰ 'ਚ ਕੀਤਾ। ਇਸ ਚੀਜ਼ ਨੂੰ ਕਿਸੇ ਕੋਈ ਕਨਫਿਊਜ਼ ਨਾ ਕਰਨਾ, ਜਿਹੜਾ ਪੀਜ਼ੋ ਇਲੈਕਟ੍ਰਿਕ ਔਰ ਜਿਹੜਾ ਥਰਮਲ ਦਾ ਕਨਸੈਪਟ ਹੈ ਦੈਟ ਇਜ਼ ਦਾ ਸੇਮ ਕਨਸੈਪਟ, ਕਿਉਂਕਿ ਪਲੋਟਰ ਇਜ਼ ਏ ਕਾਈਂਡ ਆਫ ਪ੍ਰਿੰਟਰ ਔਰ ਇੰਕਜੈਟ ਪ੍ਰਿੰਟਰ ਦੇ ਵਿੱਚ ਪੀਜ਼ੋ ਇਲੈਕਟ੍ਰਿਕ ਔਰ ਥਰਮਲ ਟੈਕਨੋਲੋਜੀ ਜਿਹੜੀਆਂ ਅਸੀਂ ਕੀਤੀ ਹੈ ਸੇਮ ਇਜ਼ ਦਾ ਟੈਕਨੋਲੋਜੀ, ਸੇਮ ਇਜ਼ ਦਾ ਵਰਕਿੰਗ ਪ੍ਰਿੰਸੀਪਲ ਆਫ ਦਾ ਪਲੋਟਰਸ, ਇੰਕਜੈਟ ਪਲੋਟਰਸ। ਲੇਕਿਨ ਡਿਫਰੈਂਸ ਕੀ ਹੈ? ਡਿਫਰੈਂਸ ਹੈ ਬਹੁਤ ਵੱਡਾ ਡਿਫਰੈਂਸ ਹੈ। ਪ੍ਰਿੰਟਰ ਛੋਟਾ ਜਿਹਾ ਹੁੰਦਾ, ਪਲੋਟਰ ਬਹੁਤ ਵੱਡਾ ਹੁੰਦਾ। ਐਂਡ ਸਾਡੇ ਕੋਲ ਲੈਬ ਦੇ ਵਿੱਚ ਤਾਂ ਪਲੋਟਰਸ ਨਹੀਂ ਹੈ, ਲੇਕਿਨ ਸਾਡੇ ਕੋਲ ਕਾਲਜ 'ਚ ਪਲੋਟਰ ਅਵੇਲੇਬਲ ਹੈ ਕਿਉਂਕਿ ਅਸੀਂ ਕੰਪਿਊਟਰ ਡਿਪਾਰਟਮੈਂਟ, ਸਾਡੇ ਕੋਲ ਪਲੋਟਰ ਦਾ ਬਹੁਤ ਜ਼ਿਆਦਾ ਰੋਲ ਨਹੀਂ ਆਉਂਦਾ। ਆਰਕੀਟੈਕਚਰ ਡਿਪਾਰਟਮੈਂਟ ਸਾਡੇ ਕੋਲ ਪਲੋਟਰ ਅਵੇਲੇਬਲ ਹੈ। ਅਗਰ ਤੁਸੀਂ ਆਰਕੀਟੈਕਚਰ ਡਿਪਾਰਟਮੈਂਟ ਹੈਡ ਦੇ ਆਫਿਸ 'ਚ ਜਾਓਗੇ ਨਾ ਤਾਂ ਐਡੇ ਵੱਡੇ ਵੱਡੇ 2 ਜਾਂ 3 ਮਸ਼ੀਨਸ ਪਈਆਂ ਹੋਈਆਂ ਦੈਟ ਆਰ ਪਲੋਟਰ। ਔਰ ਤੁਸੀਂ ਸਾਹਮਣੇ ਅਗਰ ਡਾਇਗਰਾਮ ਦੇਖ ਰਹੇ ਹੋ, ਇਸ ਡਾਇਗਰਾਮ 'ਚ ਵੀ ਇਹ ਪਲੋਟਰ ਹੈ। ਪਲੋਟਰ ਕਿਸ ਲਈ ਯੂਜ਼ ਹੁੰਦਾ ਹੈ? ਫॉर ਅਗਰ ਕੋ A4 ਸਾਈਜ਼ A3 ਸਾਈਜ਼ ਦੇ ਪੇजेस ਦੇ ਪ੍ਰਿੰਟ ਆਊਟ ਲਈ ਨਹੀਂ ਹੁੰਦਾ, ਇਹ ਵੱਡੀਆਂ ਡਰਾਇੰਗਸ ਦੇ ਵੱਡੇ ਪੋਸਟਰਸ ਦੀ ਪ੍ਰਿੰਟਿੰਗ ਦੇ ਲਈ ਜਿਹੜਾ ਡਿਵਾਈਸ ਯੂਜ਼ ਹੁੰਦਾ ਹੈ that is being called as a plotter. Plotter is a special output device used to produce hard copies, means printouts of large graphs and designs on paper. ਅਗਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ, ਜੇ ਤੁਸੀਂ ਕੋਈ ਘਰ ਦੀ ਕੰਸਟਰਕਸ਼ਨ ਕਰਦੇ ਹੋ, ਘਰ ਦੀ ਕੰਸਟਰਕਸ਼ਨ ਦੇ ਲਈ ਤੁਸੀਂ ਆਰਕੀਟੈਕਚਰ ਇੱਕ ਮੈਪ ਬਣਾਉਂਦੇ ਹੋ। ਮੈਪ ਛੋਟਾ ਜਿਹਾ ਤਾਂ ਨਹੀਂ ਹੁੰਦਾ, ਮੈਪ ਕਾਫੀ ਵੱਡਾ ਹੁੰਦਾ। ਉਸ ਡਿਟੇਲਡ ਮੈਪ ਨੂੰ ਪ੍ਰਿੰਟ ਕਰਨ ਲਈ ਸਾਡੇ ਪ੍ਰਿੰਟਰਸ ਦਾ ਰੋਲ ਨਹੀਂ ਹੁੰਦਾ, ਛੋਟੇ ਮੋਟੇ ਪ੍ਰਿੰਟਰਸ ਨਹੀਂ ਕੰਮ ਆਉਂਦੇ। ਐਟ ਦੈਟ ਪੁਆਇੰਟ ਆਫ ਟਾਈਮ ਸਾਨੂੰ ਜੋ ਜ਼ਰੂਰਤ ਹੁੰਦੀ ਹੈ ਦੈਟ ਇਜ਼ ਦਾ ਨੀਡ ਆਫ ਦਾ ਪਲੋਟਰ। ਔਰ ਉਹੀ ਚੀਜ਼ ਇੱਥੇ ਲਿਖੀ ਹੈ, ਦੇ ਆਰ ਯੂਜ਼ਡ to produce hard copies of large graphs and designs on paper such as construction maps, engineering drawings, architectural plans and business charts. ਔਰ ਈਵਨ ਅੱਜ ਦੀ ਡੇਟ ਦੇ ਵਿੱਚ ਆਪਾਂ ਫਲੈਕਸ ਪ੍ਰਿੰਟਿੰਗ ਕਰਦੇ ਹਾਂ। ਆਪਾਂ ਫੰਕਸ਼ਨ ਕੀਤਾ ਕੋਈ ਵੀ, ਮੰਨ ਲਓ ਐਨੂਅਲ ਫੰਕਸ਼ਨ ਹੈ ਜਾਂ ਵੈਲਕਮ ਪਾਰਟੀ ਹੈ, ਪਿੱਛੇ ਕਿੰਨਾ ਵੱਡਾ ਫਲੈਕਸ ਲੱਗਿਆ ਹੁੰਦਾ। ਉਹ ਫਲੈਕਸ ਦਾ ਜਿਹੜਾ ਪ੍ਰਿੰਟ ਹੈ ਉਹ ਸਾਡੇ ਨਾਰਮਲ ਕਾਲਜ ਦੇ ਪ੍ਰਿੰਟ ਆਊਟ ਸੇ ਨਹੀਂ ਨਿਕਲਦਾ। ਅਸੀਂ ਮਾਰਕੀਟ ਤੋਂ ਕਢਵਾਉਂਦੇ ਹਾਂ, ਉਹਨਾਂ ਨੇ ਪਲੋਟਰਸ ਲਗਾਏ ਹੁੰਦੇ ਆ, ਕਲਰਡ ਪਲੋਟਰਸ ਵੀ ਹੁੰਦੇ ਆ, ਬਲੈਕ ਐਂਡ ਵਾਈਟ ਪਲੋਟਰਸ ਵੀ ਹੁੰਦੇ ਆ, ਤੁਹਾਡੀ ਰਿਕੁਆਇਰਮੈਂਟ ਔਰ ਸਾਈਜ਼ ਦੇ ਅਕੋਰਡਿੰਗਲੀ ਪ੍ਰਿੰਟ ਕਰਦੇ। Plotters are specialist type of printer which is able to draw high quality images on very large pieces of paper। 3 ਫੁੱਟ ਬਾਈ 10 ਫੁੱਟ ਤੱਕ ਦੇ ਪੇਪਰ ਦੇ ਇਮੇजेस ਨੂੰ ਪ੍ਰਿੰਟ ਕਰਦੇ। लेकिन there is a difference between a plotter and a printer. ਕੀ difference ਹੈ? Plotter differs from a printer in that it draws images using a pen. ਇਹ ਪੈਨ ਦੇ ਨਾਲ images draw ਕਰਦੇ ਹੈ। ਉਸ ਪੈਨ ਨੂੰ ਨੀਚੇ ਵੀ ਕੀਤਾ ਜਾ ਸਕਦਾ ਹੈ, ਉੱਪਰ ਵੀ ਕੀਤਾ ਜਾ ਸਕਦਾ ਹੈ ਔਰ ਪੇਪਰ ਤੇ ਮੂਵ ਵੀ ਕੀਤਾ ਜਾ ਸਕਦਾ ਹੈ। And this electronically controlled pen is moved around the paper by computer controlled motors। और plotter ਸਾਡੇ ਕੋਲ normally not on inkjet plotter ਵੀ ਸਾਡੇ ਕੋਲ type ਹੈ। inkjet plotter ਦੇ ਵਿੱਚ ਜਿਹੜੀ technologies use ਹੁੰਦੀ ਹੈ ਉਹ piezo electric and thermal ਹੈ। and these are the same technologies ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ,
ਜਿਹੜੀ ਮੈਂ ਇਨਕਜੈਟ ਪ੍ਰਿੰਟਰ ਦੇ ਵਿੱਚ ਡਿਸਕਸ ਕੀਤੀਆਂ ਸੀ, this piezoelectric and thermal bubble. Working of inkjet printers and working of inkjet plotters is one and the same thing. सिर्फ difference कितना होएगा, size का difference. And after this topic is over, मैं तो ना ਜਿਹੜੀ slides मैं बनाइयां हुई हैं PowerPoint presentations है, I will forward these all to your groups. मैं जिन्नियां भी मेरे को documents होगे, मैं सारे ਦੇ ਸਾਰੇ ਤੁਹਾਨੂੰ groups ਦੇ ਵਿੱਚ share ਕਰਨੇ, ठीक है। ਅਦਰਵਾਈਜ਼ ਪਲੋਟਰ ਅਸੀਂ ਦੋ ਟਾਈਪ ਦੇ ਨਾਰਮਲੀ ਜਿਹੜੇ ਮਾਰਕੀਟ ਯੂਜ਼ ਹੁੰਦੇ ਆ, ਵਨ ਇਜ਼ ਡਰਮ ਪਲੋਟਰ ਐਂਡ ਅਨਦਰ ਇਜ਼ ਯਰ ਫਲੈਟ ਬੈਕ ਪਲੋਟਰ। ਇਹ ਜਿਹੜਾ ਪਲੋਟਰ ਹੈ, ਦਿਸ ਕਾਈਂਡ ਆਫ ਪਲੋਟਰ, ਦਿਸ ਇਜ਼ ਬੀਇੰਗ ਕਾਲਡ ਐਜ਼ ਅ ਡਰਮ ਪਲੋਟਰ। ਡਰਮ ਪਲੋਟਰ ਦਾ ਦੂਸਰਾ ਨਾਮ ਰੋਲਰ ਪਲੋਟਰ ਵੀ ਹੈ, ਔਰ ਇਹ ਕਾਫੀ ਹੱਦ ਤੱਕ ਲੇਜ਼ਰ ਪ੍ਰਿੰਟਰ ਦੇ ਡਰਮ ਤੋਂ, ਜੋ ਲੇਜ਼ਰ ਪ੍ਰਿੰਟਰ ਦਾ ਕਨਸੈਪਟ ਹੈ ਨਾ, ਉਸੇ ਕਨਸੈਪਟ ਨੂੰ ਹੀ ਤੁਹਾਡਾ ਪਲੋਟਰਸ ਫਾਲੋ ਅਪ ਕਰਦੇ ਹੈ। ਡਰਮ ਪਲੋਟਰ ਲੇਜ਼ਰ ਪ੍ਰਿੰਟਰ ਦੇ ਕਨਸੈਪਟ ਤੇ ਬਣਿਆ ਹੋਇਆ ਹੈ, ਜਿਸ ਵੇ ਨਾਲ ਡਰਮ ਤੁਹਾਡੇ ਲੇਜ਼ਰ ਪ੍ਰਿੰਟਰ 'ਚ ਅਵੇਲੇਬਲ ਹੁੰਦੇ ਹੈ, ਉਸੇ ਵੇ ਨਾਲ ਤੁਹਾਡੇ ਪਲੋਟਰਸ ਇਹਦੇ ਡਰਮ ਪਲੋਟਰ ਦੇ ਵਿੱਚ ਡਰਮ ਅਵੇਲੇਬਲ ਹੈ। ਪਲੋਟਰ ਦੇ ਵਿੱਚ ਅਗਰ ਤੁਸੀਂ ਪ੍ਰਿੰਟਰ ਔਰ ਪਲੋਟਰ 'ਚ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ, ਐਕਸੈਪਟ ਦੈਟ ਦਾ ਪੈਨ ਜਿਹਨੂੰ ਅਸੀਂ ਉੱਪਰ ਕਰ ਸਕਦੇ ਹਾਂ, ਨੀਚੇ ਕਰ ਸਕਦੇ ਹਾਂ, ਲੈਫਟ ਲੈ ਕੇ ਜਾ ਸਕਦੇ ਹਾਂ, ਰਾਈਟ ਲੈ ਕੇ ਜਾ ਸਕਦੇ ਹਾਂ। It consists of a drum roller on which a paper is placed, and that drum rotates back and forth to produce the graph on the paper. Third point to note करियो की लिखा है, it also consists of a mechanical device known as robotic drying arm or pen, जेड़ा pen है, that holds a set of ink pens or pencils. एक पेन नहीं है, it consists of multiple number of pens. The robotic drying arm moves side to side as the paper are rolled back and forth through the roller. In this way, the perfect graph or map is created, not created, printed on the paper. और ड्रम प्लॉटर्स जिथे सानू कंटिन्यूस आउटपुट चाहिए है, कई पेजेस का प्रिंट करना है, उस दे केस दे विच असीं ड्रम प्लॉटर्स का ज्यादा यूज करते। और साडे कोल जो दूसरे काइंड दे प्लॉटर्स है, जो मैं डायग्राम दे विच डिपिक्ट हो रहा है, फ्लैट बेड प्लॉटर्स। CAD कंप्यूटर एडेड डिजाइन्स, मैकेनिकल ड्राइंग्स दे विच ਜਿਹੜੇ प्लॉटर ज्यादा यूज ਹੁੰਦੇ ਹੈ, that are फ्लैट बेड प्लॉटर्स। और ਜਿਹੜੇ ड्रम प्लॉटर्स है, ਉਹ ਜਿੱਥੇ ਕੰਟੀਨਿਊਸ ਕਈ ਪੇजेस ਦੀ ਆਊਟਪੁੱਟ ਹੋਏਗੀ, ਇੱਕ ਪੇਜ ਦੇ ਨਹੀਂ, ਮਲਟੀਪਲ ਪੇजेस ਦੀ ਆਊਟਪੁੱਟ ਹੋਏਗੀ। ਜਿੱਦਾਂ ਅਰਥਕੁਇਕ ਦੀ ਐਕਟੀਵਿਟੀ ਹੈ, 4 ਪੇजेस ਦੇ ਵਿੱਚ ਉਹ ਐਕਟੀਵਿਟੀ ਨੂੰ ਡਰਾ ਕਰਨਾ ਹੈ, ਉਹਨਾਂ ਕੇਸਿਸ ਦੇ ਵਿੱਚ ਡਰਮ ਪਲੋਟਰ ਯੂਜ਼ ਕਰਾਂਗੇ। ਔਰ ਜਿਨ੍ਹਾਂ ਕੇਸਿਸ ਦੇ ਵਿੱਚ ਨਹੀਂ ਕੰਟੀਨਿਊਸ ਆਊਟਪੁੱਟ ਹੈ, ਸਿੰਗਲ ਪੇਜ ਦੀ ਆਊਟਪੁੱਟ ਹੈ, in such kind of cases we are going to use flat bed plotters. The paper in flat bed plotter remains stationary on the flat surface while a pen moves across horizontally and vertically. अगर तुम इस डायग्राम ਨੂੰ देखोगे, इस डायग्राम ਦੇ ਵਿੱਚ पेपर आ देखो आ ਪਿਆ है flat bed platter ਤੇ, जद कि इस पॉइंट तो ਜਿਹੜੇ पेन है वो horizontally और vertically move करके इस particular drawing ਨੂੰ print करते हैं। टेक्नोलॉजी सेम है, मतलब वर्किंग मीडियम सेम है। डिफरेंस की है, जिथे कंटिन्यूस आउटपुट कई पेजेस की आती है, एट दैट पॉइंट ऑफ टाइम वी नॉर्मली यूज ड्रम प्लॉटर्स। और जिथे कंटिन्यूस आउटपुट नहीं आती, मीनस सिंगल पेज या 2 पेज की आउटपुट है, उस केस ਦੇ ਵਿੱਚ ਅਸੀਂ फ्लैट बेड प्लॉटर्स यूज करते। फ्लैट बेड प्लॉटर्स यूज सेवरल डिफरेंट पेन्स टू क्रिएट ग्राफिक्स। The size of the graphic is limited to the size of flat bed surface. जिन्ना surface ਦਾ size है, उन्ना ही plotter ਦਾ size, उन्ना ही ਤੁਹਾਡੀ output ਦਾ size ਹੋਏਗਾ। जिन्ना size है, उन्ना ही paper ਦਾ size निकलेगा, उस ਤੋਂ ਵੱਡਾ नहीं निकल सकता। अगर मान लो 8 फुट तक ਦਾ पेपर ਉੱਚ print ਹੋ ਸਕਦਾ, 8 ਹੀ ਆਏਗਾ, 16 फुट या 10 फुट ਦਾ पेपर print नहीं होगा। In short, मैं अगर ਤੁਹਾਨੂੰ brief ਜਿਹੀ ਗੱਲ ਦੱਸਾਂ plotter ਦੇ context ਦੇ ਵਿੱਚ, plotter are high quality devices that are used for printing drawings, posters,
डिफरेंट काइंड ऑफ इमेजेस ਜਿਹੜੇ ਕਿ A3 A4 A5 ਸਾਈਜ਼ ਦੇ ਪੇਪਰ ਤੇ ਪ੍ਰਿੰਟ ਨਹੀਂ ਕੀਤੀਆਂ ਜਾ ਸਕਦੀਆਂ they are a special kind of printers और प्लॉटर ਸਾਡੇ ਕੋਲ ਕਲਰਡ ਵੀ ਅਵੇਲੇਬਲ ਹੈ ਪਲॉटर ਸਾਡੇ ਕੋਲ ਬਲੈਕ ਐਂਡ ਵਾਈਟ ਵੀ ਅਵੇਲੇਬਲ ਹੈ ਸਾਡੇ ਕੋਲ ਦੋਨੋਂ ਕਾइंड ਦੇ ਪਲॉटर्स ਅਵੇਲੇਬਲ ਹੈ ਦੇਅਰ ਆਫਟਰ ਸਾਡੇ ਕੋਲ ਇੱਕ ਹੋਰ ਡਿਵਾਈਸ ਜਿਹੜਾ ਸੀ ਯੂਜ਼ ਕਰਦੇ ਕੰਪਿਊਟਰ ਦੇ ਵਿੱਚ that is this modem ਬਹੁਤ ਵਾਈਡਲੀ ਯੂਜ਼ਡ ਡਿਵਾਈਸ ਹੈ ਸਾਹਮਣੇ ਤੁਹਾਡੀ ਸਕਰੀਨ ਤੇ ਵੀ ਹੈ ਮੋਡਮ ਕਿਸ ਲਈ ਯੂਜ਼ ਹੁੰਦਾ ਹੈ ਮੋਡਮ ਵੀ ਅਸੀਂ ਕਹਿ ਦਿੰਦੇ ਆ ਲੇਕਿਨ ਇੱਕ ਟਰਮ ਤੁਸੀਂ ਕੰਪਿਊਟਰ ਨੈਟਵਰਕਸ ਪੜਿਆ ਉਹ ਚ ਇੱਕ ਰਾਊਟਰ ਟਰਮ ਪੜੀ ਹੈ ਰਾਊਟਰ ਇਜ਼ ਅ ਡਿਫਰੈਂਟ ਟਰਮ ਐਂਡ ਮੋਡਮ ਇਜ਼ ਅ ਡਿਫਰੈਂਟ ਟਰਮ ਲੇਕਿਨ ਅਗਰ ਜਦੋਂ ਤੁਸੀਂ ਘਰ ਦੇ ਵਿੱਚ ਇੰਟਰਨੈਟ ਕਨੈਕਸ਼ਨ ਲਗਾਉਂਦੇ ਹੋ ਨਾ ਤਾਂ ਕਈ ਵਾਰੀ ਉਹ ਮੋਡਮ ਲਗਾ ਕੇ ਚੱਲ ਜਾਂਦੇ ਆ ਔਰ ਕੁਝ ਟੈਕਨੋਲੋਜੀਜ਼ ਦੇ ਵਿੱਚ ਰਾਊਟਰ ਵੀ ਲਗਾਏ ਜਾਂਦੇ ਆ ਮੋਡਮ ਕਿਸ ਲਈ ਯੂਜ਼ ਹੁੰਦਾ ਹੈ ਅਗਰ ਤੁਸੀਂ ਘਰ ਦੇ ਵਿੱਚ ਲੈਂਡਲਾਈਨ ਫੋਨ ਤੇ ਮੈਂ ਹਾਲੇ ਸਿਰਫ ਇੱਕ ਕਾਮਨ ਐਗਜ਼ਾਮਪਲ ਉਹ ਦੱਸ ਰਿਹਾ ਜਿਹੜੀ ਕਿ ਤੁਸੀਂ ਨਾਰਮਲੀ ਯੂਜ਼ ਕਰਦੇ ਹੋ ਲੈਂਡਲਾਈਨ ਫੋਨ ਦੇ ਨਾਲ ਤੁਸੀਂ ਅਗਰ ਇੰਟਰਨੈਟ ਕਨੈਕਸ਼ਨ ਯੂਜ਼ ਕਰਨਾ ਚਾਹੁੰਦੇ ਹੋ ਇੰਟਰਨੈਟ ਕਨੈਕਸ਼ਨ ਲਗਵਾਉਣਾ ਚਾਹੁੰਦੇ ਹੋ then you need this particular device that is this modem एक ऐड modem है और एक ए modem है दो काइंड के modem है this one is your external modem ਇਹ ਜਿਹੜਾ modem ਬਣਿਆ ਹੈ ਇਹ external modem ਹੈ ਔਰ ਇਹ internal modem ਹੈ ਜਿਹੜਾ ਕਿ ਮਦਰਬੋਰਡ ਤੇ ਫਿੱਟ ਕੀਤਾ ਜਾਂਦਾ ਅੱਜ ਦੀ ਡੇਟ ਦੇ ਵਿੱਚ ਇੰਟਰਨਲ modems ਬਹੁਤ ਘੱਟ ਯੂਜ਼ ਹੁੰਦੇ ਜਦੋਂ ਸ਼ੁਰੂ ਚ ਮੋਡਮਸ ਆਏ ਸੀ ਇਹ ਟੈਕਨੋਲੋਜੀ ਆਈ ਸੀ ਤਾਂ ਉਸ ਪੁਆਇੰਟ ਆਫ ਟਾਈਮ ਤੇ ਕੰਪਿਊਟਰ ਦੇ ਮਦਰਬੋਰਡ ਤੇ PCI ਸਲੋਟਸ ਦੇ ਵਿੱਚ ਮੋਡਮਸ ਨੂੰ ਫਿੱਟ ਕਰ ਦਿੱਤਾ ਜਾਂਦਾ ਸੀ ਬਟ ਅੱਜ ਦੀ ਡੇਟ ਦੇ ਵਿੱਚ ਮੋਡਮਸ ਦਾ ਬਹੁਤ ਜ਼ਿਆਦਾ ਇੰਟਰਨਲ ਮੋਡਮਸ ਦਾ ਬਹੁਤ ਜ਼ਿਆਦਾ ਰੋਲ ਨਹੀਂ ਹੈ ਨਾਰਮਲੀ ਜਿਹੜੇ ਪ੍ਰੈਫਰਡ ਮੋਡਮਸ ਹੈ ਉਹ ਹੈਗੇ ਐਕਸਟਰਨਲ ਫਸਟ ਥਿੰਗ ਫਸਟ ਮੋਡਮ ਹੈ ਕੀ ਮੋਡਮ ਸਟੈਂਡਸ ਫॉर ਮੋਡੂਲੇਟਰ ਐਂਡ demodulator modem ਦੀ ਅਗਰ ਮੈਂ ਬੇਸਿਕ ਡੈਫੀਨੇਸ਼ਨ ਦੱਸਾਂ it stands for modulator and demodulator ਇੱਕ ਇੰਪੋਰਟੈਂਟ ਪੁਆਇੰਟ ਹੈ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਦੇਖਿਓ ਇਹ ਜਿਹੜੀ ਆਨਲਾਈਨ ਮੈਂ ਨੈਕਸਟ ਤੁਹਾਨੂੰ ਦੱਸਣ ਲੱਗਾ modems are used for data transfer from one computer to another computer through telephone lines ਜਿਹੜੀ ਸਾਡੀ ਟੈਲੀਫੋਨ ਲਾਈਨਸ ਹੈ ਜਿਹੜੇ ਘਰਾਂ ਦੇ ਵਿੱਚ ਸਾਡੇ ਕੋਲ ਟੈਲੀਫੋਨ ਲੱਗੇ ਹੋਏ ਹੈ ਮੈਂ ਲੈਂਡਲਾਈਨ ਟੈਲੀਫੋਨ ਦੀ ਗੱਲ ਕਰ ਰਿਹਾ ਆਮ ਨਾਟ ਟਾਕਿੰਗ ਅਬਾਊਟ ਯੂਅਰ ਮੋਬਾਈਲ ਫੋਨਸ ਲੈਂਡਲਾਈਨ ਫੋਨ ਜਿਹੜੇ ਲੱਗੇ ਹੋਏ ਆ ਉਹ ਕਾਪਰ ਵਾਇਰ ਦੇ ਹੁੰਦੇ ਉਹਨਾਂ ਜਿਹੜੀ ਵਾਇਰਿੰਗ ਹੁੰਦੀ ਨਾ ਜਿਹੜੀ ਵਾਇਰਿੰਗ ਤੁਹਾਡੀ ਐਕਸਚੇਂਜ ਤੋਂ ਆਉਂਦੀ ਹੈ ਉਹ ਨਾਰਮਲੀ ਕਾਪਰ ਦੀ ਵਾਇਰਿੰਗ ਹੁੰਦੀ ਫਰੋਮ ਲਾਸਟ ਫਿਊ ਇਅਰਸ ਕੁਝ ਸਾਲਾਂ ਤੋਂ ਉਹ ਵਾਇਰਿੰਗ फाइबर ਦੀ ਵੀ ਆਣੀ ਸ਼ੁਰੂ ਹੋ ਗਈ ਇਸ ਚੀਜ਼ ਨੂੰ ਬੱਚੇ ਥੋੜਾ ਧਿਆਨ ਨਾਲ ਨੋਟ ਕਰੋ ਜਿਹੜਾ ਮੈਂ ਤੁਹਾਨੂੰ ਚੀਜ਼ ਦੱਸਣ ਲੱਗਾ ਆਮ ਤੌਰ ਤੇ ਘਰਾਂ ਦੇ ਵਿੱਚ ਅਗਰ ਮੈਂ ਕਹਾਂ ਕੋਈ ਮੇਰੇ ਕੋਲ 1990 ਦੇ ਵਿੱਚ ਕੋਈ ਘਰ ਫੋਨ ਲੱਗਿਆ ਸੀ ਜਾਂ ਸਾਲ 2000 ਚ ਲੱਗਿਆ ਸੀ ਜਾਂ 2010 ਵਿੱਚ ਫੋਨ ਲੱਗਿਆ ਸੀ ਉਦੋਂ ਤਾਂ ਇੱਕੋ ਟਾਈਪ ਦੀ ਵਾਇਰਿੰਗ ਯੂਜ਼ ਹੁੰਦੀ ਸੀ ਦੈਟ ਵਾਸ ਯੂਅਰ ਕਾਪਰ ਵਾਇਰ ਅੱਜ ਵੀ ਯੂਜ਼ ਹੁੰਦੀ ਹੈ ਲੇਕਿਨ ਕਾਪਰ ਵਾਇਰ ਤੋਂ 1000 times faster ਜਿਹੜੀ ਸਾਡੇ ਕੋਲ ਅੱਜਕੱਲ ਵਾਇਰ ਯੂਜ਼ ਹੁੰਦੀ ਹੈ that is the fiber optic wires ਜਿਹੜੀ ਉਹ ਵਾਇਰ ਤੁਹਾਡੇ ਬਾਲ ਹੇਅਰ ਦੇ ਸਾਈਜ਼ ਦੀ ਇੰਨੀ ਪਤਲੀ ਵਾਇਰ ਹੁੰਦੀ ਹੈ ਔਰ ਉਹ ਕਈ ਹੰਡਰਡਸ ਆਫ ਚੈਨਲਸ ਦੀ ਟ੍ਰਾਂਸਮਿਸ਼ਨ ਕਰਦੀ ਤੁਹਾਡਾ ਮੋਡਮ ਕਾਪਰ ਵਾਇਰ ਤੇ ਵੀ ਲੱਗਦਾ ਹੈ ਤੁਹਾਡਾ ਮੋਡਮ फाइबर वायर ਤੇ ਵੀ फाइबर ऑप्टिक्स ਤੇ ਵੀ ਲੱਗਦਾ ਹੈ लेकिन मॉडम किस लिए यूज हो रहा है मॉडम्स आर यूज्ड टू for data transfer from one computer network to another through telephone lines the computer network works in digital mode ਜਿਹੜਾ ਤੁਹਾਡਾ ਕੰਪਿਊਟਰ ਨੈਟਵਰਕ ਹੈ it works in digital mode whereas analog technology is used for carrying messages across fault lines ਮੈਂ ਜਿਹੜੀ ਤੁਹਾਨੂੰ ਕਾਪਰ ਵਾਇਰਸ ਦੀ ਗੱਲ ਕਰ ਰਿਹਾ ਕਾਪਰ ਵਾਇਰਸ ਜਿਹੜੀ ਤੁਹਾਡੀ ਟੈਲੀਫੋਨ ਲਾਈਨਸ ਹੈ ਟੈਲੀਫੋਨ ਲਾਈਨਸ ਐਨਾਲੌਗ ਹੈ ਅਗਰ ਅਸੀਂ ਇਸ ਚੀਜ਼ ਨੂੰ ਧਿਆਨ ਰੱਖੀਏ ਮੋਡਮ ਦੀ ਸਾਨੂੰ ਜ਼ਰੂਰਤ ਕਿਉਂ ਹੈ
ਕੰਪਿਊਟਰ ਦੇ ਵਿੱਚ ਡਿਜੀਟਲ ਕਮਿਊਨੀਕੇਸ਼ਨ ਹੁੰਦੀ ਹੈ, ਕੰਪਿਊਟਰ ਦੇ ਵਿੱਚ ਟੋਟਲ ਕਮਿਊਨੀਕੇਸ਼ਨ ਇਜ਼ ਡਿਜੀਟਲ। ਤੁਹਾਡਾ ਅਗਰ ਕੰਪਿਊਟਰ ਇਜ਼ ਅ ਡਿਜੀਟਲ ਮੋਡ ਡਿਵਾਈਸ, ਜਦਕਿ ਜਿਹੜੀ ਤੁਹਾਡੀ ਟੈਲੀਫੋਨ ਲਾਈਨਸ ਹੈ ਉਹ ਐਨਾਲੌਗ ਹੈ। ਇਸ ਚੀਜ਼ ਨੂੰ ਕੰਪੈਟੀਬਲ ਕਰਨ ਲਈ we normally use a modem। ਜਿਹੜਾ ਇਹ ਪ੍ਰੋਬਲਮ ਆਂਦੀ ਹੈ ਐਨਾਲੌਗ ਟੂ ਡਿਜੀਟਲ ਨੂੰ ਕਨਵਰਟ ਕਰਨਾ, ਡਿਜੀਟਲ ਟੂ ਐਨਾਲੌਗ ਨੂੰ ਕਨਵਰਟ ਕਰਨਾ। ਅਗਰ ਤੁਸੀਂ ਡਿਜੀਟਲ ਇਲੈਕਟ੍ਰੋਨਿਕਸ ਸਬਜੈਕਟ ਪੜ੍ਹਿਆ ਹੈ ਨਾ, ਤਾਂ ਡਿਜੀਟਲ ਇਲੈਕਟ੍ਰੋਨਿਕ ਸਬਜੈਕਟ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਨੋਟ ਕੀਤਾ ਹੋਊਗਾ, what is a analog signal and what is a digital signal। Modem is a device that modulates an analog signal carrier to a digital information and also demodulates such a carrier signals to decode the transmitted information। A modem ਦਾ ਹੀ ਰੋਲ ਹੈ। Modem stands for modulator and demodulator। ਇਹਨੇ ਜਿਹੜੀ ਤੁਹਾਡੀ ਟੈਲੀਫੋਨ ਲਾਈਨ ਤੋਂ ਐਨਾਲੌਗ ਸਿਗਨਲ ਆਣਾ, ਟੈਲੀਫੋਨ ਲਾਈਨ ਤੋਂ ਅੱਗੇ ਜਾ ਕੇ ਲੱਗਿਆ ਹੋਊਗਾ ਮੋਡਮ। ਮੋਡਮ ਨੇ ਉਸ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਚ ਕਨਵਰਟ ਕਰਕੇ ਤੁਹਾਡੇ ਕੰਪਿਊਟਰ ਨੂੰ ਦੇਣਾ ਹੈ, ਬਿਕਾਜ਼ ਕੰਪਿਊਟਰ ਇਜ਼ ਅ ਡਿਜੀਟਲ ਡਿਵਾਈਸ। ਕੰਪਿਊਟਰ ਡਿਜੀਟਲ ਸਿਗਨਲ ਨੂੰ ਹੀ ਅੰਡਰਸਟੈਂਡ ਕਰਦਾ। ਸੋ ਮੋਡਮ ਦਾ ਰੋਲ ਇੰਟਰਨੈਟ ਦੇ ਵਿੱਚ ਇਸ ਲਈ ਹੈ ਬਿਕੋਜ਼ ਤੁਹਾਡੀ ਜਿਹੜੀ ਟਰਾਂਸਮਿਸ਼ਨ ਵਾਇਰਸ ਹੈ ਜਾਂ ਟਰਾਂਸਮਿਸ਼ਨ ਲਾਈਨਸ ਹੈ ਉਹ ਸਾਰੀਆਂ ਐਨਾਲੌਗ ਹੈ। ਮਤਲਬ ਟਰਾਂਸਮਿਸ਼ਨ ਲਾਈਨਸ ਇਹ ਤਾਂ ਹੈ ਨਹੀਂ ਅੱਜ ਹੀ ਲੱਗੀਆਂ ਹੋਈਆਂ, ਪਿਛਲੇ 20 30 40 ਸਾਲ ਤੋਂ ਟਰਾਂਸਮਿਸ਼ਨ ਲਾਈਨਸ ਯੂਜ਼ ਹੋ ਰਹੀਆਂ, ਔਰ ਉਹਨਾਂ ਟਰਾਂਸਮਿਸ਼ਨ ਲਾਈਨਸ ਨੂੰ ਯੂਜ਼ ਕਰਨ ਲਈ ਪ੍ਰੋਪਰ ਵੇ ਨਾ ਵੀ ਨੀਡ ਅ ਡਿਵਾਈਸ that is being called as modem। and ਇਹੀ ਚੀਜ਼ ਲਿਖੀ ਹੈ, modem is a device that modulates an analog carrier signal to encode digital information and also demodulates such a signals to decode the transmitted information। This modulator converts information from digital to analog at transmitting end and demodulator converts the same from analog to digital at the receiving end। अगर एक क्वेश्चन आ जाता है that what kind of device a modem is, modem can be a input device also, modem can be a output device also। इस चीज ਨੂੰ ਨੋਟ ਕਰ ਲਿਓ, ਕਈ ਵਾਰੀ ਫਿਲਿੰਗ ਦੇ ਬਲੈਂਕਸ ਦੇ ਵਿੱਚ ਜਾਂ ਟਰੂ ਐਂਡ ਫਾਲਸ ਕੁਐਸਚਨ ਆ ਜਾਂਦਾ ਹੈ that modem is an input device or an output device। modem is both an input device as well as output device। क्यों? बिल्कुल स्पेसिफिक लिखा है, ਇਹਦੇ ਚ ਮੋਡੂਲੇਟਰ ਵੀ ਹੈ, ਡੀਮੋਡੂਲੇਟਰ ਵੀ। ਮੋਡੂਲੇਟਰ ਕੀ ਕਰਦਾ? ਕਨਵਰਟਸ ਇਨਫੋਰਮੇਸ਼ਨ from digital to analog and at transmitting and demodulators convert the same from analog to digital। ਇਹ डाटा ट्रांसमिट भी करता है, डाटा रिसीव भी करता है। मॉडम डाटा रिसीव कर रहा है इनपुट, डाटा भेज रहा है आउटपुट। That is why modem is both an input device as well as output device। और साडे को दो टाइप के मॉडम्स यूज होंगे हैं, दिस इज योर एक्सटर्नल मॉडम, दिस इज योर इंटरनल मॉडम। An external modem is a standalone modem that doesn't contain a router। ਅੱਜਕੱਲ ਜਿਹੜੇ ਫਾਈਬਰ ਦੀ ਵਾਇਰ ਦੇ ਨਾਲ ਮੋਡਮ ਲੱਗਦੇ ਹੈ ਉਹਨਾਂ 'ਚ ਰਾਊਟਰ ਵੀ ਅਵੇਲੇਬਲ ਹੁੰਦਾ ਹੈ। It can be attached directly to computer via USB। जबकि internal modem ਕੀ ਹੁੰਦਾ ਹੈ? Internal modem is a modem that is contained within computer। ਕੰਪਿਊਟਰ ਦੇ ਵਿੱਚ ਫਿਟਡ ਹੁੰਦਾ ਹੈ, ਆਮ ਤੌਰ ਤੇ PCI slot ਤੇ ਅਸੀਂ ਇਹਨੂੰ ਲਗਾਉਂਦੇ। ਲੇਕਿਨ ਇੰਟਰਨਲ ਮੋਡਮਸ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੈ, ਕਿਉਂਕਿ ਮੋਡਮਸ ਦੇ ਵਿੱਚ ਕਦੀ ਨਾ ਕਦੀ ਟੈਕਨੋਲੋਜੀਕਲ ਚੇਂजेस ਆਉਂਦੇ ਹੈ ਔਰ ਕੰਪਿਊਟਰ 'ਚ ਬਾਰ-ਬਾਰ ਇੱਕ ਡਿਵਾਈਸ ਨੂੰ ਕੱਢ ਕੇ ਚੇਂਜ ਕਰਨਾ that is not as advisable। ਮੰਨ ਲਓ ਮੈਂ ਸਪੋਜ਼ ਅੱਜ BSNL ਦਾ ਕਨੈਕਸ਼ਨ ਲੈ ਲਿਆ, BSNL ਵਾਲੇ ਮੇਰੇ ਘਰ ਆਪਣਾ ਮੋਡਮ ਲਗਾ ਜੂਗੇ, ਜੇ ਮੈਂ ਉਹਨੂੰ ਕੰਪਿਊਟਰ 'ਚ ਫਿੱਟ ਕੀਤਾ ਹੋਊਗਾ ਤਾਂ ਕੰਪਿਊਟਰ 'ਚ ਉਹਨੂੰ ਹਰ ਵਾਰੀ ਬਾਹਰ ਕੱਢਣਾ ਪਏਗਾ। इंस्टेंट अगर मेरे को एक्सटर्नल मॉडम है बाहर पे है, थोड़े दिन बाद सपोज मैं एयरटेल का कनेक्शन ले लिया तो एयरटेल वाले ने आना बाहर मॉडम एक्सटर्नल प्लेस करना, अपना कनेक्शन लगा देना।
अगर मैं रिलायंस जियो का लूंगा तो थोड़ी देर बाद उन्होंने उस डिवाइस ਨੂੰ ਚੇਂਜ एक्सटर्नल मॉडेम ਨੂੰ ਚੇਂਜ करना, अपना डिवाइस लगा देना। इंटरनल मॉडेम इसलिए ज्यादा पॉपुलर नहीं है क्योंकि बार बार कंप्यूटर ਨੂੰ खोल के एक डिवाइस ਨੂੰ फिट करना दैट इज नॉट एडवाइजेबल। इंस्टेड ऑफ दैट एक्सटर्नल मॉडेम्स ਤਾਂ ਕਾਮਯਾਬ ਹੈ ਕਿਉਂਕਿ ਜਿਹੜੇ ਕਸਟਮਰਸ ਹੈ, ਜਿਹੜੇ ਯੂਜ਼ਰਸ ਹੈ, they keep on changing the different kind of modems। ਤੁਹਾਡੇ ਜਿਹੜੇ ਕਸਟਮਰਸ ਹੁੰਦੇ ਆ ਉਹਨੇ ਬਾਰ-ਬਾਰ ਆਪਣਾ ਕਈ ਵਾਰੀ ਕਨੈਕਸ਼ਨ ਚੇਂਜ ਕਰ ਲੈਣਾ, ਕਿਸੇ ਕਨੈਕਸ਼ਨ 'ਚ ਪ੍ਰੋਬਲਮ ਆ ਗਈ ਹੈ, ਉਹ ਉਸ ਨੂੰ ਚੇਂਜ ਕਰਦੇ ਰਹਿੰਦੇ ਆ। ਇਸ ਕਰਕੇ ਇੰਸਟੈਡ ਆਫ ਇੰਟਰਨਲ ਮੋਡਮ ਜ਼ਿਆਦਾ ਅਸੀਂ ਐਕਸਟਰਨਲ ਮੋਡਮਸ ਹੀ ਪ੍ਰੈਫਰ ਕਰਦੇ ਹਾਂ ਔਰ ਐਕਸਟਰਨਲ ਮੋਡਮਸ ਹੀ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਯੂਜ਼ ਹੁੰਦੇ ਆ ਐਸ ਕੰਪੇਅਰ ਟੂ ਇੰਟਰਨਲ ਮੋਡਮਸ। ਇੰਟਰਨਲ ਮੋਡਮਸ ਅੱਜ ਦੀ ਡੇਟ ਦੇ ਵਿੱਚ ਅੱਜ ਕੱਲ ਆਬਸੋਲੀਟ ਹੈ। ਸੋ ਥੀਸ ਆਰ ਦ ਟੂ ਟੌਪਿਕਸ ਜਿਹੜਾ ਕਿ ਪਿਛਲੇ ਸਾਡੇ ਯੂਨਿਟ ਦੇ ਵਿੱਚ ਰਹਿੰਦੇ ਸੀਗੇ ਔਰ ਅਸੀਂ ਉਹਨੂੰ ਕੰਪਲੀਟ ਕੀਤਾ। ਨਾਓ ਦਾ ਨੈਕਸਟ ਯੂਨਿਟ ਜਿਹੜਾ ਸਾਡਾ ਨੈਕਸਟ ਚੈਪਟਰ ਹੈ ਦੈਟ ਇਜ਼ ਆਫ ਪਾਵਰ ਸਪਲਾਈਜ਼। This is your unit number 6, chapter number 6, power supplies। और ਇਹਦਾ ਕਰਿਕੂਲਮ ਅਗਰ ਮੈਂ ਦੀ ਕਰਿਕੂਲਮ ਦੀ ਗੱਲ ਕਰਾਂ, what's being available in its curriculum, ਇਹਦੇ ਕਰਿਕੂਲਮ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈ SMPS, ਸਵਿਚ ਮੋਡ ਪਾਵਰ ਸਪਲਾਈਜ਼। ਠੀਕ ਹੈ, ਸਵਿਚ ਮੋਡ ਪਾਵਰ ਸਪਲਾਈ ਤੋਂ ਇਲਾਵਾ ਇਹਦੇ ਵਿੱਚ ਸਾਡੇ ਕੋਲ UPS ਅਵੇਲੇਬਲ ਹੈ। ਤੁਸੀਂ UPS ਦੀ ਵੀ ਟਰਮ ਕਾਫੀ ਕਾਮਨ ਯੂਜ਼ ਸੁਣੀ ਹੋਣੀ ਹੈ। UPS ਇਹਦੇ ਵਿੱਚ ਅਵੇਲੇਬਲ ਹੈ। UPS ਕਿਉਂ ਯੂਜ਼ ਹੁੰਦੇ ਹੈ, ਕਿਸ ਕੰਟੈਕਸਟ ਦੇ ਵਿੱਚ ਯੂਜ਼ ਹੁੰਦੇ ਹੈ। पहली चीज मैं इस चैप्टर ਦੇ ਵਿੱਚ, ਇਸ ਚੈਪਟਰ 'ਚ ਦੋ ਮੇਜਰ ਟੌਪਿਕਸ ਹੈ। ਵਨ ਇਜ਼ ਯੂਅਰ SMPS, ਦੂਸਰਾ ਤੁਹਾਡੇ ਕੋਲ UPS। ਮੈਂ UPS ਦਾ ਕਨਸੈਪਟ ਤੁਹਾਨੂੰ ਦੱਸਦਾ। UPS ਦਾ ਬਹੁਤ ਸਿਮਿਲਰ, ਅਗਰ UPS ਦੀ ਫੁੱਲ ਫਾਰਮ ਕੀ ਹੈ, UPS ਸਟੈਂਡਸ ਫॉर ਅਨਇੰਟਰਪਟਡ ਪਾਵਰ ਸਪਲਾਈ। UPS ਸਟੈਂਡਸ ਫॉर अनइंटरप्टेड पावर सप्लाई। मीन्स ऐसी पावर सप्लाई ਜਿਹੜੀ ਰੁਕਦੀ ਨਹੀਂ ਹੈ। ਇਹਦਾ ਮੀਨਿੰਗ ਕੀ ਹੈ? UPS ਇੱਕ ਛੋਟਾ ਜਿਹਾ ਡਿਵਾਈਸ ਹੁੰਦਾ ਹੈ, ਛੋਟਾ ਵੀ ਹੁੰਦਾ ਹੈ, ਵੱਡਾ ਵੀ ਹੁੰਦਾ ਹੈ, ਡਿਫਰੈਂਟ ਸਾਈਜ਼ਸ ਹੁੰਦੇ ਇਹਦੇ। ਇਹਦੇ ਵਿੱਚ ਬੈਟਰੀਜ਼ ਹੁੰਦੀ ਹੈ। ਜਿੱਦਾਂ ਅਸੀਂ ਘਰਾਂ ਦੇ ਵਿੱਚ ਇਨਵਰਟਰ ਲਗਾਏ ਹੋਏ ਆ, ਤੁਸੀਂ ਘਰਾਂ 'ਚ ਇਨਵਰਟਰ ਲਗਾਏ ਹੈ। ਇਨਵਰਟਰ ਔਰ UPS ਦਾ ਕੰਸੈਪਟ ਲਗਭਗ ਸੇਮ ਹੈ, ਥੋੜਾ ਬਹੁਤਾ ਰੈਗੂਲੇਸ਼ਨ ਦਾ ਡਿਫਰੈਂਸ ਹੈ। ਇਨਵਰਟਰ ਦਾ ਮਤਲਬ ਕਿ ਇਨਵਰਟਰ ਦੇ ਨਾਲ ਬੈਟਰੀ ਲੱਗਦੀ ਹੈ। ਜਦੋਂ ਇਸ ਟਾਈਮ ਪਾਵਰ ਸਪਲਾਈ ਹੈ, ਉਹ ਬੈਟਰੀ ਤੁਹਾਡੀ ਚਾਰਜ ਹੁੰਦੀ ਜਾਂਦੀ ਹੈ। ਜਦੋਂ ਪਾਵਰ ਸਪਲਾਈ ਚਲੀ ਗਈ, ਉਹੀ ਬੈਟਰੀ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਪਾਵਰ ਸਪਲਾਈ ਦਿੰਦੀ। ਸੇਮ ਇਜ਼ ਦਾ ਕਨਸੈਪਟ ਆਫ ਯੂਅਰ UPS, ਅਨਇੰਟਰਪਟਡ ਪਾਵਰ ਸਪਲਾਈ। ਇਟਸ ਅ ਡਿਵਾਈਸ ਜਿਸ ਵਿੱਚ ਬੈਟਰੀਜ਼ ਅਵੇਲੇਬਲ ਹੁੰਦੀਆਂ ਔਰ ਉਹ ਬੈਟਰੀਜ਼ ਜਦੋਂ ਪਾਵਰ ਦੇ ਨਾਲ ਚਾਰਜ ਹੁੰਦੀਆਂ ਰਹਿੰਦੀਆਂ। ਜਦੋਂ ਲਾਈਟ ਚਲੀ ਗਈ ਤਾਂ ਉਹ ਕੰਪਿਊਟਰ ਨੂੰ ਪਾਵਰ ਸਪਲਾਈ, ਤੁਹਾਡਾ ਕੰਪਿਊਟਰ ਅੱਧਾ ਘੰਟੇ ਤੋਂ ਲੈ ਕੇ 1 ਘੰਟੇ ਤੱਕ ਚੱਲਦਾ ਰਹੇਗਾ। UPS is a stand alone power। दूसरा टॉपिक इस चैप्टर ਦੇ ਵਿੱਚ ਜਿਹੜਾ ਮੇਨ ਫਸਟ ਟੌਪਿਕ ਆਏਗਾ that is your SMPS। SMPS stands for switch mode power supply। ਜਦੋਂ ਮੈਂ ਸ਼ਾਇਦ ਮਦਰਬੋਰਡ ਦੀ ਗੱਲ ਕੀਤੀ ਸੀ, ਮਦਰਬੋਰਡ ਸੇ ਗੱਲ ਕੀਤੀ ਸੀ, ਉਦੋਂ ਮੈਂ SMPS ਦੇ ਕੰਟੈਕਸਟ ਗੱਲ ਵੀ ਕੀਤੀ ਸੀ ਔਰ ਮੈਂ SMPS ਤੁਹਾਨੂੰ ਹੁਣੇ ਦਿਖਾ ਵੀ ਦੇਣਾ what this SMPS is। this is the SMPS। ਇਹ ਤੁਹਾਡੇ ਕੰਪਿਊਟਰ 'ਚ ਲੱਗੀ ਹੁੰਦੀ ਹੈ, ਫਿਟਡ ਹੁੰਦੀ ਹੈ। और SMPS का रोल की है, why we do require SMPS in a computer। सब तो फर्स्ट एंड फॉरमोस्ट पॉइंट की है, जिन्नी भी पावर सप्लाई आती है उसनू रेगुलेट करता है दिस डिवाइस SMPS। ਆਪਾਂ ਲੈਬ ਦੇ ਵਿੱਚ ਪ੍ਰੈਕਟੀਕਲਸ ਕੀਤੇ ਹੈ। ਜਦੋਂ ਅਸੀਂ ਲੈਬ 'ਚ ਪ੍ਰੈਕਟੀਕਲਸ ਕਰਦੇ ਸੀ, ਤੁਹਾਡੀ ਕਈ ਵਾਰੀ ਵਾਇਰਸ ਉਤਰ ਜਾਂਦੀਆਂ ਸੀ ਤੇ ਤੁਸੀਂ ਜਿਹੜੀ ਵਾਇਰ ਲਗਾਉਂਦੇ ਸੀ, ਉਹ ਇਸ ਜਗ੍ਹਾ ਤੇ ਵਾਇਰ ਲੱਗਦੀ ਸੀ ਕੰਪਿਊਟਰ ਦੀ। ਤੁਹਾਨੂੰ ਬੈਕ ਸਾਈਡ ਤੋਂ ਸਿਰਫ ਇਹ ਪੋਰਸ਼ਨ ਦਿਖਦਾ ਹੈ। ਜਸਟ ਨੋਟ ਡਾਊਨ, ਮੈਂ ਇੱਕ ਵਾਰੀ ਮਾਰਕ ਆਊਟ ਕਰ ਦੇਣਾ। ਤੁਹਾਨੂੰ ਬੈਕ ਸਾਈਡ ਤੋਂ ਸਿਰਫ ਇਹੀ ਪੋਰਸ਼ਨ ਦਿਖਦਾ ਹੈ, ਬਾਕੀ ਤਾਂ ਅੰਦਰ ਫਿਟਡ ਹੁੰਦੀ ਹੈ। ਇੱਥੇ ਅਸੀਂ ਪਾਵਰ ਕੇਬਲ ਲਗਾਉਂਦੇ ਹਾਂ, ਦਿਸ ਪੁਆਇੰਟ ਪਾਵਰ ਕੇਬਲ ਲਗਾਇਆ ਔਰ ਉਸ ਤੋਂ ਬਾਅਦ ਉਹ ਪਾਵਰ ਕੇਬਲ ਅੱਗੇ ਸੌਕਟ 'ਚ ਲਗਾਤੀ। ਜਿਹੜਾ CPU ਦੇ ਨਾਲ ਪਾਵਰ ਕੇਬਲ ਲੱਗਦੀ ਹੈ ਉਹ SMPS 'ਚ ਲੱਗਦੀ ਹੈ।
ਤੇ ਦੂਸਰੀ ਪਾਵਰ ਕੇਬਲ ਮੋਨੀਟਰ ਨੂੰ ਲੱਗੀ। SMPS ਦਾ ਐਕਚੁਅਲ ਰੋਲ ਕੀ ਹੈ, SCMPS ਦਾ ਮੇਨ ਰੋਲ ਕੀ ਹੈ? ਫਸਟ ਪੁਆਇੰਟ ਇਜ਼ ਦੈਟ ਇਹ ਰੈਗੂਲੇਟ ਕਰਦੀ ਪਾਵਰ ਨੂੰ ਕਿਸੇ ਟਾਈਮ ਤੇ ਆਪਣੇ ਡੋਮੈਸਟਿਕ ਸਪਲਾਈ 220 ਵੋਲਟਸ AC ਹੈ। ਇਸ ਚੀਜ਼ ਤੁਹਾਨੂੰ ਕਲੀਅਰ ਕਰਦਾ, ਸ਼ਾਇਦ ਤੁਹਾਨੂੰ ਆਈਡੀਆ ਵੀ ਹੋਏਗਾ। ਸਾਡੇ ਘਰਾਂ 'ਚ ਜਿਹੜੀ ਪਾਵਰ ਸਪਲਾਈ ਆਉਂਦੀ ਹੈ ਉਹ 220 ਵੋਲਟ AC ਪਾਵਰ ਸਪਲਾਈ ਆਉਂਦੀ ਹੈ, 220 ਵੋਲਟਸ ਇਨ ਇੰਡੀਆ। ਇੰਡੀਆ ਦੇ ਵਿੱਚ ਡੋਮੈਸਟਿਕ ਪਾਵਰ ਸਪਲਾਈ ਇਜ਼ 220 volts AC alternating current। ਠੀਕ ਹੈ। ਹੁਣ ਕਈ ਵਾਰੀ ਤੁਹਾਡੇ ਘਰਾਂ 'ਚ ਵੀ ਤੁਸੀਂ ਕਹਿੰਦੇ ਫਲਕਚੁਏਸ਼ਨਸ ਹੁੰਦੀਆਂ। ਫਲਕਚੁਏਸ਼ਨ ਕੀ ਹੁੰਦੀ ਹੈ? ਉਹ 220 ਦੀ ਜਗ੍ਹਾ 300 ਵੋਲਟ ਵੀ ਹੋ ਜਾਂਦਾ ਹੈ, 350 ਵੋਲਟ ਵੀ ਹੋ ਜਾਂਦਾ ਹੈ, ਜਾਂ 220 ਦੀ ਜਗ੍ਹਾ 150 ਵੋਲਟ ਵੀ ਆ ਜਾਂਦਾ ਹੈ। ਜਿੰਨੇ ਸਾਡੇ ਘਰ ਦੇ ਵਿੱਚ ਐਪਲਾਇੰਸਸ ਹੈ, ਲਾਈਕਵਾਈਜ਼ ਟਿਊਬਲਾਈਟ ਹੈ, ਫੈਨ ਹੈ, ਜਾਂ ਹੋਰ ਅਸੀਂ ਜਿੰਨੇ ਵੀ ਡਿਵਾਈਸਿਸ ਯੂਜ਼ ਕਰਦੇ ਹਾਂ, ਈਚ ਐਂਡ ਮੈਂ ਹੁਣ ਇਸ ਲੈਪਟਾਪ ਨੂੰ ਵੀ ਯੂਜ਼ ਕਰ ਰਿਹਾ, ਈਚ ਐਂਡ ਐਵਰੀ ਡਿਵਾਈਸ ਇਟ ਰਿਕੁਆਇਰਸ 220 ਵੋਲਟ AC, ਹਰੇਕ ਨੂੰ ਇਹੀ ਪਾਵਰ ਸਪਲਾਈ ਆਏਗੀ। ਅਗਰ ਉਸ ਪਾਵਰ ਸਪਲਾਈ ਦੇ ਵਿੱਚ ਕਿਸੇ ਕਾਈਂਡ ਦੀ ਫਲਕਚੁਏਸ਼ਨ ਆਉਂਦੀ ਹੈ, ਫਲਕਚੁਏਸ਼ਨ ਮੀਨਸ ਤੁਹਾਡੀ ਪਾਵਰ ਥੋੜੀ ਘਟ ਜਾਂਦੀ ਹੈ ਤੇ ਤੁਹਾਡੀ ਪਾਵਰ ਥੋੜੀ ਵੱਧ ਜਾਂਦੀ ਹੈ, ਤਾਂ that can destroy that particular device। और उस डिवाइस दी in context of computers, the first line of protection is this SMP। कंप्यूटर ਦੇ ਕੰਟੈਕਸਟ ਦੇ ਵਿੱਚ ਫਸਟ ਲਾਈਨ ਆਫ ਡਿਫੈਂਸ ਜਿਹੜਾ ਯੂਜ਼ ਕੀਤਾ ਜਾਂਦਾ ਹੈ that is this SMP। ਅਗਰ ਮਾਰਕੀਟ 'ਚੋਂ ਅਸੀਂ ਕੰਪਿਊਟਰ ਲੈਣ ਚਾਹੀਏ, ਮੈਂ ਡੈਸਕਟਾਪ ਕੰਪਿਊਟਰ ਦੀ ਗੱਲ ਕਰ ਰਿਹਾ ਜੀ, ਲੈਪਟਾਪਸ ਵੀ ਹੈ, ਡੈਸਕਟਾਪ ਕੰਪਿਊਟਰਸ ਵੀ ਹੈ। अगर ਅਸੀਂ ਮਾਰਕੀਟ 'ਚੋਂ ਕੰਪਿਊਟਰ ਪਰਚੇਸ ਕਰਨ ਜਾਈਏ ਤਾਂ ਡੈਸਕਟਾਪ ਕੰਪਿਊਟਰ ਅਰਾਊਂਡ 40,000 ਦਾ ਮਿਲਦਾ ਹੈ। ਆਮ ਤੌਰ ਤੇ ਮੈਂ ਇੱਕ ਜਨਰਲ ਜਿਹੇ ਰੇਟ ਦੀ ਗੱਲ ਕਰ ਰਿਹਾ, 40,000 ਰੁਪਏ ਦਾ। ਉਸ 40,000 ਦੇ ਕੰਪਿਊਟਰ ਦੇ ਵਿੱਚ ਜਿਹੜਾ ਮਦਰਬੋਰਡ ਹੁੰਦਾ ਹੈ ਨਾ, ਮਦਰਬੋਰਡ 5,500-6,000 ਦਾ ਮਦਰਬੋਰਡ ਹੁੰਦਾ ਹੈ। ਮੈਂ ਕਾਸਟ ਪ੍ਰਾਈਸ ਤੁਹਾਨੂੰ ਆਈਡੀਆ ਦੱਸ ਰਿਹਾ। ਮਦਰਬੋਰਡ ਦੇ ਉੱਪਰ ਜਿਹੜਾ ਪ੍ਰੋਸੈਸਰ ਲੱਗਿਆ ਹੁੰਦਾ, ਜਿਸ ਨੂੰ ਤੁਸੀਂ ਮਾਈਕਰੋ ਪ੍ਰੋਸੈਸਰ ਕਹਿੰਦੇ ਹੋ, ਅੱਜ ਕੱਲ ਅਸੀਂ i5 10th ਜਨਰੇਸ਼ਨ ਮਾਈਕਰੋ ਪ੍ਰੋਸੈਸਰ ਬੜਾ ਕਾਮਨਲੀ ਯੂਜ਼ ਕਰ ਰਹੇ ਹਾਂ। ਉਹ ਮਾਈਕਰੋ ਪ੍ਰੋਸੈਸਰ 8,000 ਤੋਂ 9,000 ਰੁਪਏ ਦਾ ਹੁੰਦਾ। ਮੀਨਸ ਮਦਰਬੋਰਡ ਔਰ ਪ੍ਰੋਸੈਸਰ ਤੁਸੀਂ ਅਗਰ ਆਈਡੀਆ ਲਓ 10 ਤੋਂ 12,000 ਰੁਪਏ ਦਾ ਇਹੀ ਹੁੰਦਾ। ਬਾਕੀ ਤੁਹਾਡੇ ਹਾਰਡ ਡਿਸਕ ਹੋ ਗਈ, CD ROM ਹੋ ਗਈ, ਜਾਂ DVD ਡਰਾਈਵ ਹੋ ਗਈ, ਮੈਮਰੀ ਵੀ 2-3-4,000 ਦੀ ਮੈਮਰੀ ਹੁੰਦੀ ਹੈ। ਹਰ ਡਿਵਾਈਸ ਦਾ ਆਪਣਾ ਆਪਣਾ ਰੇਟ ਹੈ, ਔਰ ਰੇਟ ਟੋਟਲ ਹੋ ਕੇ ਕੰਪਿਊਟਰ ਦਾ 40,000 ਰੇਟ ਹੁੰਦਾ। ਪਰ ਜਿਹੜੀ SMPS ਹੈ ਤੁਹਾਡੇ ਕੰਪਿਊਟਰ ਦੇ ਵਿੱਚ, ਉਹ 500 ਤੋਂ 700 ਤੋਂ 800 ਰੁਪਏ ਦੀ ਮਿਲਦੀ ਹੈ। ਇਟਸ ਨਾਟ that costly device। ਅਗਰ ਮੈਂ ਕਹਿੰਦਾ ਮੈਨੂੰ ਘਰਾਂ ਦੇ ਵਿੱਚ ਡੋਮੈਸਟਿਕ ਸਪਲਾਈ 220 ਵੋਲਟ ਆ ਰਹੀ ਹੈ, ਡਿਊ ਟੂ ਸਮ ਫਲਕਚੁਏਸ਼ਨਸ ਜਾਂ ਡਿਊ ਟੂ ਸਮ ਟੈਕਨੀਕਲ ਰੀਜ਼ਨਸ ਉਹ ਸਪਲਾਈ 300 ਜਾਂ 330 ਵੋਲਟ ਦੀ ਹੋ ਗਈ, ਤਾਂ ਤੁਹਾਡਾ ਉਹ ਜਿਹੜੀ 330 ਵੋਲਟ ਸਪਲਾਈ ਅਗਰ ਤੁਹਾਡੇ ਮਦਰਬੋਰਡ ਨੂੰ ਗਈ ਹੈ ਜਾਂ ਤੁਹਾਡੇ ਪ੍ਰੋਸੈਸਰ ਨੂੰ ਗਈ ਹੈ, ਤੁਹਾਡਾ ਮੇਜਰ ਲਾਸ ਹੋਏਗਾ। ਇੰਸਟੈਡ ਆਫ ਦੈਟ ਤੁਹਾਡਾ ਫਸਟ ਲਾਈਨ ਆਫ ਡਿਫੈਂਸ ਕੀ ਹੈ? SMPS। ਉਹ ਸਪਲਾਈ ਪਹਿਲਾਂ SMPS ਤੇ ਆਣੀ ਹੈ, SMPS ਨੇ ਫਟਣਾ ਹੈ, SMPS ਨੇ ਖਰਾਬ ਹੋ ਜਾਣਾ, XSPS ਨੇ ਡੈਡ ਹੋ ਜਾਣਾ, ਉਹਨੇ ਸਪਲਾਈ ਨੂੰ ਅੱਗੇ ਹੀ ਨਹੀਂ ਜਾਣ ਦੇਣਾ। ਉਹਨੇ ਉਸ ਸਪਲਾਈ ਨੂੰ ਅੱਗੇ ਹੀ ਨਹੀਂ ਜਾਣ ਦੇਣਾ। ਠੀਕ ਹੈ, ਤੁਹਾਡਾ ਕੰਪਿਊਟਰ ਡੈਡ ਹੋ ਜਾਏਗਾ। ਤੁਸੀਂ ਜ਼ਰੂਰ ਕਹੋਗੇ ਯਾ ਮੇਰਾ ਕੰਪਿਊਟਰ ਡੈਡ ਹੋ ਗਿਆ, ਲੇਕਿਨ ਅਸੀਂ ਤਾਂ ਅਗਰ ਤੁਸੀਂ ਕੰਪਿਊਟਰ ਨੂੰ ਧਿਆਨ ਨਾਲ ਐਨਾਲਾਈਜ਼ ਕਰੋਗੇ, ਉਸ ਡੈਡ ਦੇ ਵਿੱਚ ਤਾਂ ਮੇਨ ਤਾਂ ਪਾਵਰ ਸਪਲਾਈ ਖਰਾਬ ਹੋ ਗਈ। और अगर पावर सप्लाई खराब होगी, चलो 500-700 रुपए में रिप्लेस करके मेरा कंप्यूटर फिर दोबारा स्टार्ट हो जाएगा। सो साडा जो कॉस्टली इक्विपमेंट है, लाइक योर मदरबोर्ड, लाइक प्रोसेसर, लाइक मेमोरी, लाइक हार्ड डिस्क, टीवी रोम ड्राइव्स, डिफरेंट काइंड ਦਾ ਜਿਹੜਾ ਕੌਸਟਲੀ ਇਕਵਿਪਮੈਂਟ ਹੈ, ਉਸ ਨੂੰ ਤੁਹਾਡਾ ਜਿਹੜੀ SMPS ਹੈ ਇਹ ਪ੍ਰੋਟੈਕਟ ਕਰਦਾ ਹੈ। ਸੋ SMPS is the first line of defense against any kind of attack, means not attack, any kind of power fluctuation। खुद दूसरा SMPS का मेजर रोल की है,
शायद मैं तुहाडे नाल पहला भी गल कीती सी, अगेन आई एम टॉकिंग टू दिस थिंग टू यू। मदरबोर्ड है, ਤੁਹਾਡੇ ਮੋਬਾਈਲ ਹੈ, ਤੁਸੀਂ ਜਿਹੜੇ ਮੋਬਾਈਲ ਤੋਂ ਇਸ ਟਾਈਮ ਮੇਰਾ ਲੈਕਚਰ ਸੁਣ ਰਹੇ ਹੋ, ਜਾਂ ਕੋਈ ਹੋਰ ਟੈਬਲੇਟਸ ਹੈ ਜਾਂ ਮਦਰਬੋਰਡਸ ਹੈ, ਸੌਰੀ, ਜਾਂ ਤੁਹਾਡੇ ਲੈਪਟਾਪਸ ਹੈ, ਇਹ ਸਾਰੇ ਇਲੈਕਟ੍ਰੋਨਿਕ ਡਿਵਾਈਸਸ ਦੇ ਆਪਰੇਟ ਔਨ +5 ਵੋਲਟ 12 ਵੋਲਟ। ਆ ਦੋ ਹੀ ਪਾਵਰ ਸਪਲਾਈ, ਦੋ ਹੀ ਚੀਜ਼ਾਂ ਤੇ ਆਪਰੇਟ ਕਰਦੇ ਆ। ਇਸ ਚੀਜ਼ ਨੂੰ ਜਿਹੜਾ ਨੋਟ ਕਰ ਲਿਓ ਬੜੇ ਧਿਆਨ ਨਾਲ, that ਜਿੰਨੇ ਵੀ ਇਲੈਕਟ੍ਰੋਨਿਕ ਡਿਵਾਈਸਸ ਹੈ ਨਾ, ਉਹ ਇਲੈਕਟ੍ਰੋਨਿਕਸ ਡਿਵਾਈਸਸ 5 ਵੋਲਟ ਜਾਂ 12 ਵੋਲਟ ਤੇ ਆਪਰੇਟ ਕਰਦੇ ਆ। ਲੁੱਕ ਐਟ ਦਿਸ ਪੁਆਇੰਟ, ਨੋਟ ਦਿਸ ਇੰਪੋਰਟੈਂਟ ਪੁਆਇੰਟ। 5 ਵੋਲਟ ਤੇ 12 ਵੋਲਟ DC, not AC। DC is direct current, AC is your alternating current। AC ਸਪਲਾਈ ਔਰ DC ਸਪਲਾਈ ਦੇ ਵਿੱਚ ਬਹੁਤ ਡਿਫਰੈਂਸ ਹੈ। ਜਿੰਨੇ ਤੁਹਾਡੇ ਇਲੈਕਟ੍ਰੋਨਿਕ ਡਿਵਾਈਸਸ ਹੈ, ਦੇ ਆਲ ਆਪਰੇਟ ਅਪਨ 5 ਵੋਲਟ ਜਾਂ 12 ਵੋਲਟ। ਮੈਨੂੰ ਉਮੀਦ ਹੈ ਤੁਹਾਨੂੰ ਇਸ ਚੀਜ਼ ਦਾ ਕਨਫਿਊਜ਼ਨ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਡਿਜੀਟਲ ਇਲੈਕਟ੍ਰੋਨਿਕਸ ਕੀਤਾ ਹੈ, ਡਿਜੀਟਲ ਇਲੈਕਟ੍ਰੋਨਿਕਸ ਦੇ ਪ੍ਰੈਕਟੀਕਲਸ ਕੀਤੇ ਹੋਏ ਹੈ। ਉਹਨਾਂ ਪ੍ਰੈਕਟੀਕਲਸ ਦੇ ਵਿੱਚ ਇੱਕ ਪਾਵਰ ਸਪਲਾਈ ਲੱਗਦੀ ਸੀ। ਉਹ ਪਾਵਰ ਸਪਲਾਈ ਤੁਹਾਨੂੰ ਉਸ ਤੋਂ ਬਾਅਦ ਉੱਥੋਂ ਤੁਸੀਂ ਪਾਵਰ ਕਨੈਕਸ਼ਨ ਲੈ ਕੇ ਬ੍ਰੈਡ ਬੋਰਡ ਤੇ ਲੈ ਕੇ ਆਉਂਦੇ ਸੀ। ਬ੍ਰੈਡ ਬੋਰਡ ਤੇ ਜਿੰਨੇ ਵੀ ਆਈਸੀਸ ਹੁੰਦੇ ਸੀ, ਉਹ 5 ਜਾਂ 12 ਵੋਲਟ ਤੇ ਆਪਰੇਟ ਕਰਦੇ ਸੀਗੇ। ਉਹ ਇਸ ਤੋਂ ਜ਼ਿਆਦਾ ਤਾਂ ਆਪਰੇਟ ਨਹੀਂ ਕਰਦੇ, ਅਗੇਨ ਡੀਸੀ ਤੇ, ਨਾਟ ਔਨ ਏਸੀ। ਸੋ ਜਿਹੜੀ ਐਸਐਮਪੀਐਸ ਦਾ ਕੀ ਰੋਲ ਹੈ? ਐਸਐਮਪੀਐਸ ਦਾ ਰੋਲ ਹੈ, ਐਸਐਮਪੀਐਸ ਰਿਸੀਵਸ 230 ਲਿਖਿਆ ਔਰ 220 ਵੋਲਟ AC and translates it into different DC levels like +5 volt, -5 volt, +12 volt, -12 volt। ਇਹ ਇਸ ਨੂੰ ਕਨਵਰਟ ਕਰਦੀ ਹੈ। This is the main role of an SMPS। ਇਹ SMPS ਦਾ ਮੇਨ ਰੋਲ ਹੈ, ਕਿਉਂਕਿ ਜਿੰਨੇ ਕੰਪੋਨੈਂਟਸ ਇੱਕ ਕੰਪਿਊਟਰ ਦੇ ਹੈ, ਉਹ ਸਾਰੇ ਦੇ ਸਾਰੇ 5 ਵੋਲਟ ਜਾਂ 12 ਵੋਲਟ ਤੇ ਆਪਰੇਟ ਕਰਦੇ ਹੈ। लेकिन साडी डोमेस्टिक सप्लाई 220 वोल्ट्स है, और उस 220 वोल्ट सप्लाई ਨੂੰ ਵਾਪਸ ਕਨਵਰਟ ਕਰਨ ਲਈ ਸਾਨੂੰ ਰਿਕੁਆਇਰਡ ਹੈ ਐਸਐਮਪੀਐਸ। ਇਸੇ ਕਰਕੇ ਪਹਿਲਾ ਪਾਵਰ ਐਸਐਮਪੀਐਸ ਨੂੰ ਜਾਂਦੀ ਹੈ, ਔਰ ਐਸਐਮਪੀਐਸ ਨੇ ਅੱਗੇ ਉਸ ਪਾਵਰ ਨੂੰ ਕਨਵਰਟ ਕਰਕੇ ਡਿਫਰੈਂਟ ਕੰਪੋਨੈਂਟਸ ਮਦਰਬੋਰਡ ਦੇ ਵਿੱਚ ਜਾਂ ਹਾਰਡ ਡਿਸਕ ਦੇ ਵਿੱਚ ਜਾਂ ਡੀਵੀਡੀ ਰੋਮ ਦੇ ਵਿੱਚ 5 ਵੋਲਟ ਜਾਂ 12 ਵੋਲਟ ਸਪਲਾਈ ਕਰ ਦਿੰਦੀ ਹੈ। SMPS stands for switch mode power supply। switch mode power supply, ठीक है। मैं ਤੁਹਾਨੂੰ ਦੋ ਮੇਨ ਰੋਲ ਦੱਸਦੇ, ਮੈਂ ਤੁਹਾਨੂੰ SMPS ਦੇ ਦੋ ਮੇਨ ਰੋਲ ਦੱਸ ਦਿੱਤੇ। first role is that it has been first line of defense against different kind of power fluctuations। second point is that ਇਹ ਜਿਹੜੀ ਤੁਹਾਡੀ AC ਸਪਲਾਈ ਹੈ, AC ਸਪਲਾਈ ਨੂੰ ਤੁਹਾਡੇ 5 ਵੋਲਟ ਤੇ 12 ਵੋਲਟ DC ਸਪਲਾਈ ਦੇ ਵਿੱਚ ਕਨਵਰਟ ਕਰਦਾ। This is the main thing that is related in context of SMP। ਹੁਣ other point is that ਅਸੀਂ SMPS ਨੂੰ ਕਿੱਥੇ ਯੂਜ਼ ਕਰਨਾ ਹੈ? What is the working of this SMPS? ਕਿਸ ਵੇ ਨਾਲ SMPS ਯੂਜ਼ ਹੁੰਦੀ ਹੈ? ਅਸੀਂ ਕਿਸ ਪੁਆਇੰਟ ਤੇ ਅਸੀਂ SMPS ਨੂੰ ਯੂਜ਼ ਕਰ ਸਕਦੇ? ਸਵਿਚ ਮੋਡ, ਇਲੈਕਟ੍ਰੋਨਿਕ ਪਾਵਰ ਸਪਲਾਈ ਵਿਦ ਸਵਿਚਿੰਗ ਰੈਗੂਲੇਟਰਸ। ਇਹਦੇ ਵਿੱਚ ਇੱਕ ਰੈਗੂਲੇਟਰ ਲੱਗਾ ਹੈ। switch mode ਦਾ meaning है it contains a regulator and it regulates the power supply so that ऐसी regulations कर दी भी कोई भी fluctuations आंदी उसनु tolerate करके उस power supply ਨੂੰ ਇੱਕ fixed power supply ਦੇ form ਦੇ ਵਿੱਚ convert करता। It is switched to a high frequency approximately 10 to 100 kilohertz by bipolar transistors। मैं थोड़ा इस चीज ਨੂੰ ਪ੍ਰੈਕਟੀਕਲ ਟਰਮ 'ਚ ਗੱਲ ਕਰਾਂਗਾ, ਜਿਸ ਟਰਮ 'ਚ ਯੂਜ਼ਰ ਦੇ ਟਰਮ 'ਚ ਗੱਲ ਕਰਾਂਗਾ, ਇਹਦੇ ਵਿੱਚ ਫ੍ਰੀਕੁਐਂਸੀ ਚੇਂਜਸ ਵੀ ਹੈ। ਇੱਕ ਮੈਂ ਹੋਰ ਪੁਆਇੰਟ ਤੁਹਾਨੂੰ ਦੱਸਦਾ ਫ੍ਰੀਕੁਐਂਸੀ ਚੇਂਜਸ ਤੋਂ ਕੀ ਚੀਜ਼ ਹੈ। ਤੁਸੀਂ ਕੰਪਿਊਟਰ ਨੂੰ ਸ਼ਟ ਡਾਊਨ ਕਰਦੇ ਹੋ, ਤੁਸੀਂ ਕੰਪਿਊਟਰ ਨੂੰ ਸ਼ਟ ਡਾਊਨ ਕਰਦੇ ਹੋ। ਸ਼ਟ ਡਾਊਨ ਕਰਨ ਤੋਂ ਬਾਅਦ ਕੰਪਿਊਟਰ ਤੁਹਾਡਾ ਆਪਣੇ ਆਪ ਆਫ ਹੋ ਜਾਂਦਾ ਹੈ। ਉਹ ਕਿੱਦਾਂ ਆਫ ਹੁੰਦਾ? ਵਿੰਡੋਜ਼ ਨਾਲ ਨਹੀਂ ਹੁੰਦਾ। ਵਿੰਡੋਜ਼ ਦੇ ਵਿੱਚ ਨੋ ਡਾਊਟ ਇੱਕ ਕਮਾਂਡ ਅਵੇਲੇਬਲ ਹੈ, ਵਿੰਡੋ ਕਮਾਂਡ ਨੂੰ ਇਸ਼ੂ ਕਰਦਾ ਹੈ
ਉਸ ਤੋਂ ਬਾਅਦ ਇਹ ਕਮਾਂਡ ਪ੍ਰੋਸੈਸਰ ਦੇ ਥਰੂ ਐਸਐਮਪੀਐਸ ਨੂੰ ਜਾਂਦੀ ਹੈ ਔਰ ਐਸਐਮਪੀ ਸੌਰੀ ਮਦਰਬੋਰਡ ਦੇ ਥਰੂ ਪ੍ਰੋਸੈਸਰ ਨੂੰ ਜਾਂਦੀ ਹੈ, ਪ੍ਰੋਸੈਸਰ ਜਾ ਕੇ ਇਹ ਕਮਾਂਡ ਐਸਐਮਪੀਐਸ ਨੂੰ ਦਿੰਦਾ ਹੈ, ਐਸਐਮਪੀਐਸ ਨੂੰ ਆਫ ਕੀਤਾ ਜਾਂਦਾ ਹੈ। ਜਿਹੜਾ ਉਹ ਆਫ ਕੰਪਿਊਟਰ ਆਪਣੇ ਆਪ ਆਫ ਹੁੰਦਾ ਹੈ, ਵਿੰਡੋਜ਼ ਤੁਹਾਨੂੰ ਆਫ ਨਹੀਂ ਕਰ ਰਿਹਾ। ਵਿੰਡੋਜ਼ ਦਾ ਇੱਕ ਯੂ ਬਿੰਗ ਦਾ ਯੂਜ਼ਰ ਆਫ ਦਾ ਵਿੰਡੋਜ਼, ਤੁਸੀਂ ਉਸ ਕਮਾਂਡ ਨੂੰ ਇਸ਼ੂ ਕਰਦੇ ਪਏ ਹੋ ਔਰ ਉਹ ਜਿਹੜਾ ਆਫ ਹੁੰਦੀ ਹੈ ਉਹ ਐਸਐਮਪੀਐਸ ਆਫ ਹੁੰਦੀ ਹੈ। ਜਦੋਂ ਵੀ ਸਿਸਟਮ ਆਫ ਹੋਏਗਾ ਤੁਸੀਂ ਧਿਆਨ ਨਾਲ ਦੇਖਣਾ, ਤੁਹਾਡਾ ਫੈਨ ਚੱਲਣਾ ਐਸਐਮਪੀਐਸ ਦਾ ਬੰਦ ਹੋ ਗਿਆ ਹੋ ਜਾਏਗਾ, ਦੈਟ ਮੀਨਸ ਤੁਹਾਡੀ ਐਸਐਮਪੀਐਸ ਬੰਦ ਹੋ ਗਈ। ਉਹ ਕਮਾਂਡ ਸਟਰਕਚਰ ਵਿੰਡੋਜ਼ ਦੇ ਥਰੂ ਮੂਵ ਕਰਦਾ ਆਇਆ, ਮਦਰਬੋਰਡ ਪ੍ਰੋਸੈਸਰ ਦੇ ਥਰੂ ਮੂਵ ਕਰਦਾ ਹੈ, ਐਸਐਮਪੀਐਸ ਨੂੰ ਜਾਂਦਾ ਹੈ ਔਰ ਐਸਐਮਪੀਐਸ ਬੰਦ ਹੋ ਜਾਂਦਾ। ਔਰ ਅੱਜ ਕੱਲ ਜਿਹੜੇ ਅਸੀਂ ਕੰਪਿਊਟਰ ਯੂਜ਼ ਕਰ ਰਹੇ ਹਾਂ, ਉਹਨਾਂ ਕੰਪਿਊਟਰ ਦੇ ਵਿੱਚ ਇਹ ਫੈਸਿਲਿਟੀ ਅਵੇਲੇਬਲ ਹੈ that you shut down the computer, ਤੁਹਾਡਾ ਕੰਪਿਊਟਰ ਆਟੋਮੈਟਿਕਲੀ ਟਰਨ ਆਫ ਹੋ ਜਾਂਦਾ। ਅਗਰ ਮੈਂ ਤੁਹਾਨੂੰ 10 ਸਾਲ ਪੁਰਾਣਾ ਕੰਪਿਊਟਰ ਯੂਜ਼ ਕਰਦੇ ਹੋਵੋਗੇ ਕਿਸੇ ਆਫਿਸ ਦੇ ਵਿੱਚ, ਤਾਂ ਤੁਸੀਂ ਅਗਰ ਸ਼ਟ ਡਾਊਨ ਤੇ ਕਲਿੱਕ ਕਰੋਗੇ ਤਾਂ ਕੰਪਿਊਟਰ ਸ਼ਟ ਡਾਊਨ ਨਹੀਂ ਹੁੰਦਾ, ਇੱਕ ਮੈਸੇਜ ਲਿਖਿਆ ਆ ਜਾਂਦਾ ਹੈ, ਇਟ ਇਜ਼ ਸੇਫ ਟੂ ਟਰਨ ਆਫ ਦਾ ਕੰਪਿਊਟਰ। ਉਸ ਤੋਂ ਬਾਅਦ ਤੁਸੀਂ ਸਵਿਚ ਦਬਾ ਕੇ ਕੰਪਿਊਟਰ ਨੂੰ ਬੰਦ ਕਰਦੇ ਸੀ। ਉਹ ਵੀ ਪਾਵਰ ਸਪਲਾਈ ਸੀ। ਉਹ ਪਾਵਰ ਸਪਲਾਈ ਦੇ ਵਿੱਚ ਇਹ ਫੰਕਸ਼ਨ ਸੀ that ਤੁਸੀਂ ਆਟੋਮੈਟਿਕਲੀ ਉਹ ਪਾਵਰ ਸਪਲਾਈ ਕੰਪਿਊਟਰ ਨੂੰ ਆਫ ਨਹੀਂ ਕਰਦੇ ਸੀ। ਲੇਕਿਨ ਅੱਜ ਦੀ ਡੇਟ ਜਿਹੜੀ ਪਾਵਰ ਸਪਲਾਈਜ਼ ਆ ਰਹੀਆਂ, ਲੇਟੈਸਟ ਪਾਵਰ ਸਪਲਾਈਜ਼ ਆ ਰਹੀਆਂ, ਉਹਨਾਂ ਨੂੰ ਅਸੀਂ ATX ਪਾਵਰ ਸਪਲਾਈ ਕਹਿੰਦੇ ਆ। ਉਹ ਪਾਵਰ ਸਪਲਾਈ ਕੰਪਿਊਟਰ ਨੂੰ ਆਟੋਮੈਟਿਕਲੀ ਆਫ ਕਰਦੀ ਹੈ ਐਂਡ ਦਿਸ ਇਜ਼ ਦਾ ਫੀਚਰ that is being available in nowadays ਪਾਵਰ ਸਪਲਾਈਜ਼। ATX ਪਾਵਰ ਸਪਲਾਈਜ਼ ਅਸੀਂ ਯੂਜ਼ ਕਰਦੇ ਹਾਂ। these are automatic ਪਾਵਰ ਸਪਲਾਈਜ਼ ਜਿਹੜਾ ਕਿ ਤੁਹਾਡੇ ਕੰਪਿਊਟਰ ਨੂੰ ਟੋਟਲੀ ਸ਼ਟ ਡਾਊਨ ਕਰ ਦਿੰਦੇ। and these power supplies they also use a feedback mechanism। ਇਹ ਪਾਵਰ ਸਪਲਾਈਜ਼ ਤੁਹਾਡੀਆਂ ਫੀਡਬੈਕ ਮੈਕੈਨਿਜ਼ਮ ਨੂੰ ਵੀ ਯੂਜ਼ ਕਰਦੇ। ਹੋਰ SMPS ਦੇ ਫੀਚਰਸ ਕੀ ਹੈ? they convert AC to DC voltage with the help of a rectifier। रेक्टिफायर भी शायद ਤੁਸੀਂ ਸੈਕੰਡ ਸਮੈਸਟਰ ਪੜ੍ਹੇ ਹੋਣੇ ਆ, ਹਾਫ ਵੇਵ ਰੈਕਟੀਫਾਇਰ ਐਂਡ ਫੁੱਲ ਵੇਵ ਰੈਕਟੀਫਾਇਰ। which is unregulated DC voltage sent into filters। ਇਹਦੇ ਵਿੱਚ ਫਿਲਟਰਸ ਵੀ ਲੱਗੇ ਹੁੰਦੇ ਆ, ਠੀਕ ਹੈ। ਮੈਂ ਮੀਨਸ ਇਹਦੇ ਕੁਝ ਸਟੈਪਸ ਹੈ, ਮੈਂ ਜਿਹੜੇ ਤੁਹਾਨੂੰ ਹਜੇ ਇਹ ਸਟੈਪਸ ਨੂੰ ਬਾਅਦ ਚ ਐਕਸਪਲੇਨ ਕਰਾਂਗਾ। ਰਾਈਟ ਨਾਓ ਮੈਂ ਤੁਹਾਨੂੰ ਇਸ ਟਾਈਮ ਬਰੀਫ ਆਈਡੀਆ ਦੇ ਰਿਹਾ that what are the functions of this SMPS, ਕਿਸ ਵੇ ਨਾਲ ਫੰਕਸ਼ਨ ਕਰਦੀ ਹੈ, ਇਹਦੀ ਵਰਕਿੰਗ ਕਿੱਦਾਂ ਹੈ, ਇਹਦਾ ਵਰਕਿੰਗ ਡਾਇਗਰਾਮ ਕਿੱਦਾਂ ਹੈ, ਉਸ ਨੂੰ ਲੇਟਰ ਸਟੇਜ ਤੇ ਨੈਕਸਟ ਲੈਕਚਰਸ ਐਕਸਪਲੇਨ ਕਰਾਂਗਾ। ਇਸ ਲੈਕਚਰ ਦੇ ਵਿੱਚ ਮੈਂ ਸਿਰਫ ਤੁਹਾਨੂੰ SMPS ਦੀ ਇੱਕ ਇੰਟਰੋਡਕਸ਼ਨ ਦੇ ਰਿਹਾ that what this SMPS is and how it operates, ਇਹ ਕਿਸ ਵੇ ਨਾਲ ਆਪਰੇਟ ਕਰਦੀ ਹੈ। ਵਰਕਿੰਗ ਵਿਲ ਐਕਸਪਲੇਨ ਐਟ ਅ ਲੇਟਰ ਸਟੇਜ, ਇਹਦਾ ਵਰਕਿੰਗ ਡਾਇਗਰਾਮ ਅਵੇਲੇਬਲ ਹੈ, ਮੈਂ ਵਰਕਿੰਗ ਤੁਹਾਨੂੰ ਲੇਟਰ ਸਟੇਜ ਤੇ ਐਕਸਪਲੇਨ ਕਰਾਂਗਾ। ਰਾਈਟ ਨਾਓ ਆਮ ਜਸਟ ਗਿਵਿੰਗ ਯੂ ਐ ਇੰਟਰੋਡਕਸ਼ਨ ਟੂ ਦਿਸ SMPS। मैं की चीज दसी SMPS का context। first line of defense against any unregulated voltage। second point is that it converts this 220 volt AC to that plus 5 volt plus 12 volt minus 5 volt minus 12 volt DC। ਜਿਹੜਾ ਥਰਡ ਪੁਆਇੰਟ ਮੈਂ SMPS ਦੇ ਕੰਟੈਕਸਟ ਦੱਸ ਰਿਹਾ, ਅੱਜ ਦੀ ਡੇਟ ਦੇ ਵਿੱਚ ਜਿਹੜੀ ਸਾਡੇ ਕੋਲ ATX SMPS ਅਵੇਲੇਬਲ ਹੈ, ਉਹ ਆਟੋਮੈਟਿਕਲੀ ਚੀਜ਼ ਨੂੰ ਸਵਿਚ ਆਫ ਕਰ ਦਿੰਦੀ ਹੈ, ਤੁਹਾਡੇ ਕੰਪਿਊਟਰਸ ਨੂੰ ਟਰਨ ਆਫ ਕਰ ਦਿੰਦੀ ਹੈ, which is available, which is one of the major feature of SMPS। ਅਸੀਂ ਉਹ SMPS purchase ਕਰਾਂਗੇ ਜਿਹਦੇ ਵਿੱਚ ATX ਦੇ ਫੀਚਰਸ ਹੈ ਔਰ ਉਸ ਨੂੰ ਆਟੋਮੈਟਿਕਲੀ ਟਰਨ ਆਫ। ਓਕੇ ਬੇਟੇ, ਵਿਦ ਦਿਸ ਮੈਂ ਅੱਜ ਦਾ ਲੈਕਚਰ ਕੰਪਲੀਟ ਕਰ ਰਿਹਾ, ਰਾਈਟ। ਐਂਡ ਕੱਲ ਦੇ ਲੈਕਚਰ ਦੇ ਵਿੱਚ ਮੈਂ ਜਿਹੜੀ ਇਹੀ